ਵੈਲਕਮ ਦੋਸਤੋ, ਲਰਨ ਬੈਟਰ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਰਾਜ ਸਭਾ ਸੀਟਾਂ ਦੇ ਉੱਤੇ ਇਲੈਕਸ਼ਨ ਹੋਈ ਹੈ ਉਹਦੇ ਬਾਰੇ। ਬਹੁਤ ਸਾਰੇ ਸਟੂਡੈਂਟਸ ਨੇ, ਬਹੁਤ ਸਾਰੇ ਕੈਂਡੀਡੇਟਸ ਨੇ ਪੁੱਛਿਆ ਹੈ ਕਿ ਇਹ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਇਹਨਾਂ ਬਾਰੇ ਪਤਾ ਹੀ ਨਹੀਂ ਲੱਗਿਆ ਕਦੋਂ ਇਹਨਾਂ ਦੇ ਨੋਮੀਨੇਸ਼ਨ ਭਰੇ ਗਏ ਨੇ, ਕਦੋਂ ਇਹਨਾਂ ਦੀਆਂ ਜਿਹੜੀਆਂ ਨੇ ਉਹ ਵਿਨਿੰਗ ਹੋ ਗਈ ਆ, ਕਦੋਂ ਇਹ ਜਿਹੜੇ 5 ਕੈਂਡੀਡੇਟ ਆਪ ਵੱਲੋਂ ਖਿਲਾਰੇ ਗਏ ਸੀ, ਆਪ ਵੱਲੋਂ ਜਿਹੜੇ ਨੋਮੀਨੇਟ ਕੀਤੇ ਗਏ ਸੀ, ਉਹ ਕਿਵੇਂ ਇੰਨੀ ਛੇਤੀ ਜਿੱਤ ਗਏ ਨੇ। ਸੋ ਇਹ ਸਾਰੇ ਪ੍ਰੋਸੀਜਰ ਬਾਰੇ ਬਹੁਤ ਸਾਰੇ ਕੈਂਡੀਡੇਟਸ ਨੂੰ ਪਤਾ ਹੀ ਨਹੀਂ ਲੱਗਿਆ। ਸੋ ਅਸੀਂ ਅੱਜ ਡਿਟੇਲ ਦੇ ਵਿੱਚ ਗੱਲ ਕਰਾਂਗੇ ਰਾਜ ਸਭਾ ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹ ਕਿਵੇਂ ਹੁੰਦੀਆਂ ਨੇ, ਕੌਣ ਇਹਨਾਂ ਇਲੈਕਸ਼ਨਸ ਨੂੰ ਕਰਾਉਂਦਾ ਆ, ਕੀ ਪ੍ਰੋਸੀਜਰ ਹੈ ਇਹਨਾਂ ਦਾ, ਕਿਵੇਂ ਜਿਹੜੇ ਵਿਨਿੰਗ ਕੈਂਡੀਡੇਟਸ ਨੇ ਉਹ ਚੁਣੇ ਜਾਂਦੇ ਨੇ। ਜੇਕਰ ਲੋਕਾਂ ਦੀ ਇਲੈਕਸ਼ਨ ਨਹੀਂ ਹੁੰਦੀ ਤਾਂ ਇਹ ਇਲੈਕਸ਼ਨਸ ਕਿਹੜੀ ਹੁੰਦੀ ਆ ਜਿਹਦੇ ਵਿੱਚ ਲੋਕ ਵੋਟ ਨਹੀਂ ਪਾਉਂਦੇ ਆਪ। ਸੋ ਇਹਦੇ ਸਾਰੇ ਪ੍ਰੋਸੀਜਰ ਬਾਰੇ ਗੱਲ ਕਰਾਂਗੇ। ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦੇ ਰਹਿਣ। ਸੋ ਸਭ ਤੋਂ ਪਹਿਲਾਂ ਤਾਂ ਰਾਜ ਸਭਾ ਜਿਹੜਾ ਆ ਸਾਡਾ ਅਪਰ ਹਾਊਸ ਆ, ਲੋਅਰ ਹਾਊਸ ਅਸੀਂ ਕਹਿੰਦੇ ਹਾਂ ਲੋਕ ਸਭਾ ਨੂੰ। ਲੋਕ ਸਭਾ ਦੀ ਇਲੈਕਸ਼ਨ ਸਾਨੂੰ ਪਤਾ ਹੈ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ, ਬਹੁਤ ਸਾਰੇ ਕੈਂਡੀਡੇਟਸ ਨੇ ਜਿਹੜੇ, ਸੋ ਅਸੀਂ ਆਪ ਵੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਐਮਪੀਜ਼ ਨੂੰ ਜਿਹੜੇ ਆ ਵੋਟ ਕਰਦੇ ਹਾਂ। ਸੋ 2019 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਸੀ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਬਣੇ ਸੀ ਮੋਦੀ ਸਾਹਿਬ, ਸੋ ਉਹਨਾਂ ਇਲੈਕਸ਼ਨ ਦੇ ਵਿੱਚ ਸਾਰਿਆਂ ਨੇ ਮੇਰਾ ਖਿਆਲ ਹੈ VOTING ਕੀਤੀ ਹੋਏਗੀ। ਸੋ ਉਹਨਾਂ VOTING ਦੇ ਵਿੱਚ ਲੋਕ ਸਭਾ ਵਾਸਤੇ ਇਲੈਕਸ਼ਨ ਸੀ। ਸੋ ਲੋਕ ਸਭਾ ਜਿਹੜੀ ਕਨਸਟੀਟੂਐਂਸੀ ਦੇ ਵਿੱਚ ਜਿਹੜੇ ਵੀ ਆਉਂਦੇ ਨੇ, ਸੋ ਉਹਨਾਂ ਨੇ ਇਲੈਕਸ਼ਨ ਦੇ ਵਿੱਚ VOTING ਜ਼ਰੂਰ ਕੀਤੀ ਹੋਏਗੀ। ਸੋ ਉਹ ਉਹਨੂੰ ਕਹਿੰਦੇ ਆ ਡਾਇਰੈਕਟ VOTING, ਜਿਹਦੇ ਵਿੱਚ ਡਾਇਰੈਕਟ ਇਲੈਕਸ਼ਨਸ ਹੁੰਦੀਆਂ ਨੇ। ਲੋਕ ਜਿਹੜੇ ਨੇ ਡਾਇਰੈਕਟ ਵੋਟ ਕਰਦੇ ਨੇ ਕਿਸੇ ਰਿਪਰੈਜ਼ੈਂਟੇਟਿਵ ਨੂੰ ਜਿਹੜੇ ਕਿ ਅੱਗੇ ਜਿੱਤ ਕੇ MP ਬਣਦੇ ਨੇ, ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਲੋਕ ਸਭਾ ਦੇ ਵਿੱਚ। ਉਹਨਾਂ ਦੇ ਵਿੱਚੋਂ ਅੱਗੇ ਜਿਹੜਾ ਆ ਉਹਨਾਂ ਦਾ ਲੀਡਰ ਚੁਣਿਆ ਜਾਂਦਾ ਹੈ ਜਿਹਨਾਂ ਨੂੰ ਕਹਿੰਦੇ ਆ ਆਪਾਂ ਪ੍ਰਾਈਮ ਮਿਨਿਸਟਰ। ਸੋ ਬਟ ਸੈਕੰਡ ਜਿਹੜਾ ਹਾਊਸ ਹੈ ਰਾਜ ਸਭਾ, ਇਹਦੇ ਵਿੱਚ ਡਾਇਰੈਕਟ ਇਲੈਕਸ਼ਨ ਨਹੀਂ ਹੁੰਦੀ, ਇਹਨੂੰ ਕਹਿੰਦੇ ਆਪਾਂ ਇਨਡਾਇਰੈਕਟ ਇਲੈਕਸ਼ਨ ਹੈ। ਇਹ ਅਪਰ ਹਾਊਸ ਆ, ਇਹਨੂੰ ਕਹਿੰਦੇ ਆਪਾਂ ਕਾਉਂਸਲ ਆਫ ਸਟੇਟਸ। ਕਾਉਂਸਲ ਆਫ ਸਟੇਟਸ ਤਾਂ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੀ ਹੁੰਦੇ ਨੇ। ਮੈਂਬਰ ਆਫ ਪਾਰਲੀਮੈਂਟ ਜਿਹੜੇ ਜਿੱਤ ਕੇ ਆਉਂਦੇ ਨੇ ਉਹ ਹੁੰਦੇ ਨੇ ਇਨਡਾਇਰੈਕਟ ਇਲੈਕਸ਼ਨ ਤੋਂ। ਤੇ ਇਲੈਕਸ਼ਨ ਕੌਣ ਕਰਦਾ, ਇਹਨਾਂ ਦੀ VOTING ਕੌਣ ਕਰਦਾ ਇਹਦੇ ਵਿੱਚ VOTING ਕਰਦੇ ਨੇ MLAs। ਸੋ ਜਿਹੜੇ ਵੀ ਸਟੇਟ ਲੈਜਿਸਲੇਟਿਵ ਦੇ MLAs ਹੋਣਗੇ ਉਹ ਇਹਦੇ ਵਿੱਚ ਵੋਟ ਕਰਦੇ ਨੇ। ਇਹਦਾ ਵੋਟ ਦਾ ਜਿਹੜਾ ਤਰੀਕਾ ਆ ਉਹ ਹੈ ਸਿੰਗਲ ਟ੍ਰਾਂਸਫਰੇਬਲ ਵੋਟ। ਸੋ ਸਿੰਗਲ ਟ੍ਰਾਂਸਫਰੇਬਲ ਵੋਟ ਕੀ, ਇਹਦੇ ਬਾਰੇ ਅਸੀਂ ਦੇਖਾਂਗੇ ਕਿ ਕਿਵੇਂ ਪ੍ਰੈਫਰੈਂਸ ਭਰਨੀਆਂ ਨੇ। ਸੋ ਇੱਕ ਐਗਜ਼ਾਮਪਲ ਲੈ ਕੇ ਅਸੀਂ ਪ੍ਰੋਸੀਜਰ ਵੀ ਦੇਖਾਂਗੇ ਕਿਵੇਂ VOTING ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਰਾਜ ਸਭਾ ਜਿਹੜੀ ਹੈ ਇਹਦੇ ਵਿੱਚ ਮੈਕਸਿਮਮ ਜਿਹੜੇ ਨੇ 250 ਮੈਂਬਰ ਹੋ ਸਕਦੇ ਨੇ। ਅਜੇ ਜਿਹੜੇ ਮੈਂਬਰ ਨੇ ਇਹਦੇ ਵਿੱਚ 245 ਨੇ, 245 ਮੈਂਬਰ ਨੇ। 5 ਮੈਂਬਰ ਜਿਹੜੇ ਨੇ ਉਹ ਰਿਜ਼ਰਵ ਰੱਖੇ ਗਏ ਨੇ ਤਾਂ ਕਿ ਕੱਲ ਨੂੰ ਜੇਕਰ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਾਂ ਸਕਾਈ ਚਿੰਨ ਜਿਹੜਾ ਅਰੁਣਾਚਲ ਪ੍ਰਦੇਸ਼ ਵਾਲਾ ਏਰੀਆ ਆ, ਜੇਕਰ ਉਹ ਇੰਡੀਆ ਦੇ ਵਿੱਚ ਆਉਂਦਾ ਆ ਤਾਂ ਉਹਨਾਂ 5 ਮੈਂਬਰਸ ਦੀ ਇਲੈਕਸ਼ਨ ਵੀ ਹੋਏਗੀ। ਬਟ ਹਜੇ 5 ਮੈਂਬਰ ਜਿਹੜੇ ਨੇ ਘਟਾ ਕੇ 245 ਮੈਂਬਰ ਦੀ ਸਟਰੈਂਥ ਹੈ ਹਜੇ ਇਹਨਾਂ ਦੀ। 245 ਦੇ ਵਿੱਚੋਂ ਵੀ 12 ਮੈਂਬਰ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਨੋਮੀਨੇਟ ਕਰ ਸਕਦੇ ਨੇ ਜਿਨ੍ਹਾਂ ਦੀ ਕਿ ਖਾਸ ਕੋਈ ਕੰਟਰੀਬਿਊਸ਼ਨ ਹੋਵੇ ਸੋਸਾਇਟੀ ਨੂੰ, ਜਿਹਦੇ ਵਿੱਚ ਆਉਂਦੇ ਨੇ ਆਰਟ, ਲਿਟਰੇਚਰ, ਸਾਇੰਸ ਤੇ ਸੋਸ਼ਲ ਸਰਵਿਸਿਜ਼। ਸੋ ਇਹਦੇ ਵਿੱਚ ਬਹੁਤ ਸਾਰੇ ਅਸੀਂ ਦੇਖੇ ਨੇ ਕਿ MPs ਜਿਹੜੇ ਨੇ ਰਾਜ ਸਭਾ ਦੇ ਵਿੱਚ ਬਣੇ ਸੀ। ਸੋ ਸਚਿਨ ਤੰਦੂਲਕਰ ਹੋ ਗਏ, ਉਹਨਾਂ ਨੂੰ ਵੀ ਨੋਮੀਨੇਟ ਕੀਤਾ ਗਿਆ ਸੀ ਕ੍ਰਿਕਟ ਦੇ ਕਰਕੇ। ਰੇਖਾ ਹਿਮਾਮਾਲਨੀ, ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਐਕਟਰਸ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ ਆ। ਇਹਦੇ ਵਿੱਚ ਇਲੈਕਸ਼ਨ ਨਹੀਂ ਹੁੰਦੀ, ਇਹ ਡਾਇਰੈਕਟ ਨੋਮੀਨੇਟ ਕਰਦੇ ਨੇ ਪ੍ਰੈਜ਼ੀਡੈਂਟ। ਸੋ ਇਹ ਹੋ ਗਏ 12 ਮੈਂਬਰ ਨੋਮੀਨੇਟ ਵਾਲੇ। ਬਾਕੀ ਜਿਹੜੇ ਬਚੇ ਨੇ 233 ਮੈਂਬਰ, 233 ਮੈਂਬਰ, ਇਹਨਾਂ ਦੀ ਹੁੰਦੀ ਹੈ ਇਨਡਾਇਰੈਕਟ ਇਲੈਕਸ਼ਨ। ਸੋ ਇਨਡਾਇਰੈਕਟ ਇਲੈਕਸ਼ਨ ਕਿਵੇਂ ਹੋਏਗੀ ਇਹਦੇ ਵਿੱਚ? ਇਨਡਾਇਰੈਕਟ ਇਲੈਕਸ਼ਨ ਵਾਸਤੇ ਸਭ ਤੋਂ ਪਹਿਲਾਂ ਤਾਂ ਦੇਖਣਾ ਪਏਗਾ ਕਿ ਰਾਜ ਸਭਾ ਦੇ ਵਿੱਚ ਕਿੰਨੀਆਂ ਜਿਹੜੀਆਂ ਸੀਟਾਂ ਨੇ ਉਹ ਕਿਹੜੀ ਸਟੇਟ ਵਾਸਤੇ ਨੇ। ਸੋ ਸਾਰੀਆਂ ਸਟੇਟਸ ਦੀਆਂ ਜਿਹੜੀਆਂ ਨੇ ਸੀਟਾਂ ਡਿਫਾਈਨ ਕੀਤੀਆਂ ਨੇ ਇਹਦੇ ਵਿੱਚ। ਸੋ ਜੇਕਰ ਪੰਜਾਬ ਦੀ ਗੱਲ ਕਰੀਏ ਇੱਥੇ ਤਾਂ ਨੰਬਰ ਆਫ ਸੀਟਸ ਜਿਹੜੀਆਂ ਪੰਜਾਬ ਦੇ ਕੋਲ ਨੇ ਉਹ ਨੇ 7। ਸੋ ਟੋਟਲ 7 ਸੀਟਸ ਨੇ ਪੰਜਾਬ ਦੇ ਵਿੱਚ। ਸੋ 7 ਸੀਟਾਂ ਵਾਸਤੇ ਇਲੈਕਸ਼ਨਸ ਹੁੰਦੀਆਂ ਨੇ। ਬਟ ਇਹਨਾਂ ਦਾ ਜਿਹੜਾ ਟੈਨਿਓਰ ਆ, ਰਾਜ ਸਭਾ ਦੇ ਮੈਂਬਰ ਦਾ ਟੈਨਿਓਰ ਹੁੰਦਾ ਹੈ 6 ਸਾਲ ਦਾ। ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਹਰ 2 ਸਾਲ ਬਾਅਦ ਹੁੰਦੀ ਹੈ ਕਿਉਂਕਿ 1/3 ਮੈਂਬਰ ਜਿਹੜੇ ਨੇ, ਜੇਕਰ 7 ਮੈਂਬਰ ਨੇ ਤਾਂ ਤੀਜਾ ਹਿੱਸਾ ਮੈਂਬਰ ਜਿਹੜੇ ਨੇ ਉਹ ਹਰ 2 ਸਾਲ ਬਾਅਦ ਉਹਨਾਂ ਦਾ ਟੈਨਿਓਰ ਖਤਮ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਇਹਦਾ ਜਿਹੜਾ ਪ੍ਰੋਸੀਜਰ ਬਣਾਇਆ ਗਿਆ ਹੈ ਕਿ 1/3 ਮੈਂਬਰ ਜਿਹੜੇ ਨੇ ਉਹ ਹਰ 2 ਸਾਲ ਬਾਅਦ ਇਲੈਕਟ ਹੋਣਗੇ। ਸੋ ਇਹਦੇ ਵਿੱਚ ਕਈ ਵਾਰੀ ਕਿਸੇ ਮੈਂਬਰ ਦੀ ਡੈਥ ਹੋ ਜੇ ਜਾਂ ਕੋਈ ਰਿਜ਼ਾਈਨ ਕਰ ਜਾਵੇ ਤਾਂ ਜਿਹੜਾ ਬਾਈਪੋਲ ਹੋ ਕੇ ਮੈਂਬਰ ਚੁਣਿਆ ਜਾਂਦਾ ਆ, ਸੋ ਉਹਦਾ ਜਿਹੜਾ ਟੈਨਿਓਰ ਆ ਉਹ ਉਨਾ ਹੀ ਘੱਟ ਹੋਏਗਾ। ਫੋਰ ਐਗਜ਼ਾਮਪਲ ਇੱਕ ਮੈਂਬਰ ਚੁਣਿਆ ਗਿਆ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਦੇ ਵਿੱਚ, ਜਿਹਦਾ ਟੈਨਿਓਰ 6 ਸਾਲ ਦਾ ਹੋਣਾ ਸੀ, ਬਟ ਉਹ 2 ਸਾਲ ਦਾ ਟੈਨਿਓਰ ਪੂਰਾ ਕਰਕੇ ਉਹਦੀ ਡੈਥ ਹੋ ਗਈ ਤਾਂ ਬਾਈਪੋਲ ਹੋ ਕੇ, ਜਿਹਨੂੰ ਅਸੀਂ ਜਿਮਨੀ ਚੋਣ ਕਹਿੰਦੇ ਹਾਂ, ਜਿਮਨੀ ਚੋਣ ਹੋ ਕੇ ਜਿਹੜਾ ਕੋਈ ਮੈਂਬਰ ਆਫ ਪਾਰਲੀਮੈਂਟ ਬਣੇਗਾ ਰਾਜ ਸਭਾ ਦੇ ਵਿੱਚ ਉਸ ਮੈਂਬਰ ਦੀ ਸੀਟ ਦੇ ਉੱਪਰ, ਸੋ ਉਹਦਾ ਜਿਹੜਾ ਆ 2 ਸਾਲ ਦਾ ਟੈਨਿਓਰ ਪਹਿਲਾਂ ਹੀ ਇੱਕ ਬੰਦਾ ਜਿਹੜਾ ਪੂਰਾ ਕਰ ਗਿਆ ਹੈ ਮੈਂਬਰ ਆਫ ਪਾਰਲੀਮੈਂਟ, ਸੋ ਜਿਹਦੀ ਕਿ ਡੈਥ ਹੋ ਗਈ ਆ। ਸੋ ਬਾਕੀ ਜਿਹੜਾ 4 ਸਾਲ ਦਾ ਟੈਨਿਓਰ ਬਚਿਆ ਹੈ, ਸੋ ਉਹ ਨਵਾਂ ਜਿਹੜਾ ਮੈਂਬਰ ਚੁਣਿਆ ਜਾਏਗਾ ਉਹ ਸਿਰਫ 4 ਸਾਲ ਵਾਸਤੇ ਹੀ ਮੈਂਬਰ ਆਫ ਪਾਰਲੀਮੈਂਟ ਰਹੇਗਾ। 4 ਸਾਲ ਬਾਅਦ ਉਸ ਸੀਟ ਦੇ ਉੱਪਰ ਜਿਹੜੀ ਇਲੈਕਸ਼ਨ ਹੈ ਡਿਊ ਹੋ ਜਾਏਗੀ। ਸੋ ਇਸੇ ਤਰ੍ਹਾਂ ਇਹਦਾ ਪ੍ਰੋਸੀਜਰ ਹੈ ਕਿ 1/3 ਮੈਂਬਰ ਜਿਹੜੇ ਨੇ ਹਰ
2 ਸਾਲ ਬਾਅਦ ਉਹਨਾਂ ਦੀ ਇਲੈਕਸ਼ਨ ਹੋਣੀ ਹੈ। ਸੋ ਪੰਜਾਬ ਦੇ ਵਿੱਚ ਜੇਕਰ 7 ਸੀਟਾਂ ਨੇ ਤਾਂ ਇਹਦੀ ਇਲੈਕਸ਼ਨ ਹੁੰਦੀ ਹੈ, ਇੱਕ ਵਾਰੀ 2 ਮੈਂਬਰ ਦੀ ਹੁੰਦੀ ਹੈ, ਫਿਰ 3 ਮੈਂਬਰ ਦੀ ਹੁੰਦੀ ਹੈ, ਫਿਰ 2 ਮੈਂਬਰ ਦੀ ਹੁੰਦੀ ਹੈ। ਸੋ ਇਸ ਵਾਰੀ ਜਿਹੜੀਆਂ 5 ਸੀਟਾਂ ਤੇ ਇਕੱਠੀ ਇਲੈਕਸ਼ਨ ਹੋਈ ਹੈ, ਜਿਹੜੇ 5 ਮੈਂਬਰ ਆਫ ਪਾਰਲੀਮੈਂਟ ਬਣੇ ਨੇ ਆਮ ਆਦਮੀ ਪਾਰਟੀ ਦੇ, ਸੋ ਇਹ 5 ਇਸ ਕਰਕੇ ਨੇ ਕਿਉਂਕਿ 2 + 3 ਜਿਹੜੀ ਆ ਉਹ ਇਕੱਠੀ ਇਲੈਕਸ਼ਨ ਹੋ ਰਹੀ ਆ। ਪਿਛਲੇ 2 ਸਾਲਾਂ ਦੇ ਵਿੱਚ ਇਹਦੀ ਇਲੈਕਸ਼ਨ ਨਹੀਂ ਸੀ ਹੋਈ, ਡਿਊ ਸੀ ਇਲੈਕਸ਼ਨ। ਸੋ ਇਲੈਕਸ਼ਨ ਡਿਊ ਹੋਣ ਕਰਕੇ 2 + 3 ਦੀ ਜਿਹੜੀ ਆ ਇਕੱਠੀ ਇਲੈਕਸ਼ਨ ਹੋ ਰਹੀ ਆ। ਸੋ ਕੰਬਾਈਨਡ ਇਹ ਜਿਹੜੀ ਇਲੈਕਸ਼ਨ ਹੈ 4 ਸਾਲ ਦੀ ਹੋ ਰਹੀ ਹੈ। ਸੋ ਇਸ ਕਰਕੇ 5 ਮੈਂਬਰ ਇਕੱਠੇ ਇਲੈਕਟ ਹੋਣੇ ਸੀ। ਸੋ 5 ਮੈਂਬਰ ਇਸ ਕਰਕੇ ਆਮ ਆਦਮੀ ਪਾਰਟੀ ਦੇ ਪੂਰੇ ਬਣ ਗਏ ਨੇ। ਜੇਕਰ ਇਹਦਾ ਰੈਗੂਲਰ ਪ੍ਰੋਸੀਜਰ ਦੇ ਵਿੱਚ ਇਹਦੀ ਇਲੈਕਸ਼ਨ ਹੁੰਦੀ ਤਾਂ 2 ਮੈਂਬਰ ਇੱਕ ਵਾਰੀ ਇਲੈਕਟ ਹੋਣੇ ਸੀ, 3 ਮੈਂਬਰ ਇੱਕ ਵਾਰੀ ਇਲੈਕਟ ਹੋਣੇ ਸੀ, ਬਟ ਇਹ ਇਸ ਵਾਰੀ 5 ਮੈਂਬਰ ਇਕੱਠੇ ਇਲੈਕਟ ਹੋਏ ਨੇ ਕਿਉਂਕਿ ਜਿਹੜੀ 2 ਸਾਲ ਵਾਲੀ ਇਲੈਕਸ਼ਨ ਸੀ ਉਹ ਨਹੀਂ ਸੀ ਹੋਈ। ਸੋ ਹੁਣ ਪੰਜਾਬ ਦੀਆਂ ਜਿਹੜੀਆਂ ਅਸੈਂਬਲੀ ਇਲੈਕਸ਼ਨ ਹੋਈਆਂ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਵਿਨਰ ਰਹੀ ਹੈ, ਇਹਦੇ ਵਿੱਚ ਪੰਜਾਬ ਦੀਆਂ ਟੋਟਲ 117 ਸੀਟਾਂ ਨੇ। 117 ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹ 92 ਕੈਂਡੀਡੇਟਸ ਜਿੱਤੇ ਨੇ, ਕਾਂਗਰਸ ਦੇ 18 ਨੇ, ਬਾਕੀ ਜਿਹੜੇ ਅਦਰ ਨੇ ਸ਼੍ਰੋਮਣੀ ਅਕਾਲੀ ਦਲ ਦੇ 3 ਨੇ। ਸੋ ਇਹ ਜਿਹੜੇ 117 ਮੈਂਬਰ ਨੇ ਇਹੀ ਵੋਟ ਕਰਨਗੇ ਰਾਜ ਸਭਾ ਦੇ ਜਿਹੜੇ ਨੋਮੀਨੇਟ ਹੋਏ ਨੇ ਮੈਂਬਰ, 5 ਮੈਂਬਰ ਨੋਮੀਨੇਟ ਹੋਏ ਨੇ, ਸੋ ਉਹਨਾਂ ਨੂੰ ਵੋਟ ਕਰਨਗੇ। ਸੋ ਇਹਦੇ ਵਿੱਚ ਪੰਜਾਬ 'ਚ ਜਿਹੜੇ 5 ਮੈਂਬਰ ਨੋਮੀਨੇਟ ਹੋਏ ਸੀ ਇਹ ਵੈਸੇ ਜਿੱਤ ਗਏ ਇਲੈਕਸ਼ਨ ਤੋਂ ਬਿਨਾਂ ਹੀ। ਉਹ ਕਿਉਂ ਜਿੱਤੇ ਨੇ ਉਹਦਾ ਅਸੀਂ ਪਹਿਲਾਂ ਫਾਰਮੂਲਾ ਦੇਖ ਲੈਂਦੇ ਹਾਂ। ਪੰਜਾਬ ਦੇ ਵਿੱਚ ਜੇਕਰ ਕਿਸੇ ਨੇ ਰਾਜ ਸਭਾ ਦੇ ਵਾਸਤੇ ਇਲੈਕਸ਼ਨ ਜਿੱਤਣੀਆਂ ਨੇ ਤਾਂ ਉਹਦੇ ਵਾਸਤੇ ਫਾਰਮੂਲਾ ਕੀ ਆ? ਉਹਦੇ ਵਾਸਤੇ ਫਾਰਮੂਲਾ ਆ ਕਿ ਪਹਿਲਾਂ ਜਿੰਨੇ ਪੰਜਾਬ ਦੇ ਵਿੱਚ ਟੋਟਲ ਨੰਬਰ ਆਫ ਸੀਟਸ ਨੇ, ਅਸੈਂਬਲੀ ਸੀਟਸ ਨੇ, ਉਹ ਨੇ 117। ਉਹਦੇ ਬਾਅਦ ਕਿੰਨੀਆਂ ਸੀਟ ਵਾਸਤੇ ਇਲੈਕਸ਼ਨ ਹੋ ਰਹੀਆਂ ਨੇ। ਫੋਰ ਐਗਜ਼ਾਮਪਲ 5 ਸੀਟ ਵਾਸਤੇ ਜਿਹੜੀਆਂ ਨੇ ਉਹ ਇਲੈਕਸ਼ਨ ਹੋ ਰਹੀਆਂ ਨੇ, 5 ਸੀਟ +1। ਸੋ ਇਹਨੂੰ +1 ਕਰ ਦਾਂਗੇ, ਇਹਦੇ ਨਾਲ ਹੋ ਜਾਏਗਾ +1। ਸੋ ਇੰਨੀਆਂ ਸੀਟ ਜਿਹੜੀਆਂ ਨੇ ਉਹ ਚਾਹੀਦੀਆਂ ਨੇ ਇੱਕ ਰਾਜ ਸਭਾ ਮੈਂਬਰ ਨੂੰ ਜਿੱਤਣ ਵਾਸਤੇ। ਸੋ ਜੇਕਰ ਇਹਨੂੰ ਅਸੀਂ ਕੈਲਕੂਲੇਟਰ ਦੇ ਨਾਲ ਅਸੀਂ ਕੈਲਕੂਲੇਟ ਕਰੀਏ ਤਾਂ 117 ਮੈਂਬਰ ਨੇ ਸਾਡੇ ਕੋਲ। ਸੋ ਇਹਨੂੰ ਡਿਵਾਈਡ ਕਰਾਂਗੇ ਅਸੀਂ, 5 + 1 6। ਸੋ ਡਿਵਾਈਡ ਬਾਈ 6 is 19, 19 + 1। ਸੋ ਸਾਡੇ ਕੋਲ 20 + 5 ਮਤਲਬ 21 ਜਿਹੜੀਆਂ ਵੋਟਾਂ ਨੇ, 21 ਵੋਟਾਂ ਚਾਹੀਦੀਆਂ ਨੇ ਸਾਨੂੰ ਇੱਕ ਮੈਂਬਰ ਚੁਣਨ ਵਾਸਤੇ। ਸੋ 21 ਵੋਟਾਂ ਚਾਹੀਦੀਆਂ ਨੇ ਇੱਕ ਰਾਜ ਸਭਾ ਮੈਂਬਰ ਨੂੰ ਇਲੈਕਟ ਹੋਣ ਵਾਸਤੇ। ਸੋ 21 ਵੋਟਸ ਹੋਣੀਆਂ ਚਾਹੀਦੀਆਂ ਨੇ ਇਲੈਕਟ ਹੋਣ ਵਾਸਤੇ। ਸੋ ਕੋਈ ਅਪੋਜੀਸ਼ਨ ਦਾ ਜਿੱਤਿਆ ਕਿਉਂ ਨਹੀਂ ਹੈ? ਕਿਉਂਕਿ ਨਾ ਤਾਂ ਕਾਂਗਰਸ ਦੇ ਕੋਲ 21 ਸੀਟਾਂ ਨੇ, ਨਾ ਹੀ ਸ਼੍ਰੋਮਣੀ ਅਕਾਲੀ ਦਲ ਜਾਂ ਬੀਜੇਪੀ ਦੇ ਕੋਲ 21 ਸੀਟਾਂ ਨੇ। ਸੋ ਕਾਂਗਰਸ ਪਲੱਸ ਅਕਾਲੀ ਦਲ ਹੋ ਸਕਦੇ ਸੀ 21, ਬਟ ਇਹਨਾਂ ਨੇ ਆਪਸ ਦੇ ਵਿੱਚ ਜਿਹੜੀ ਆ ਉਹ ਗਠਬੰਧਨ ਨਹੀਂ ਕੀਤਾ। ਸੋ ਇਸ ਕਰਕੇ ਜਿਹੜੇ 5 ਹੀ ਕੈਂਡੀਡੇਟ ਜਿੱਤੇ ਨੇ ਉਹ ਅਨਅਪੋਜ਼ ਜਿੱਤੇ ਨੇ ਕਿਉਂਕਿ ਇਹਨਾਂ ਨੂੰ ਪਤਾ ਸੀ ਪਹਿਲਾਂ ਹੀ ਕਿ 21 ਸੀਟਾਂ ਨਾ ਸਾਡੇ ਕੋਲ ਹੈਗੀਆਂ ਨੇ ਤੇ ਕੈਂਡੀਡੇਟ ਨੂੰ ਖੜੇ ਕਰਨ ਦਾ ਵੀ ਕੋਈ ਫਾਇਦਾ ਨਹੀਂ ਸੀ ਇੱਥੇ। ਇਸ ਕਰਕੇ ਇਹਨਾਂ ਨੇ ਕੈਂਡੀਡੇਟ ਆਪਣਾ ਖੜਾ ਹੀ ਨਹੀਂ ਕੀਤਾ। ਸੋ ਇਸ ਕਰਕੇ ਇਹ ਜਿਹੜੀਆਂ ਇਲੈਕਸ਼ਨਸ ਨੇ ਅਨਅਪੋਜ਼ਡ ਹੋਈਆਂ ਨੇ। ਬਾਕੀ ਅਸੀਂ ਜੇ ਵੈਸੇ ਦੇਖਣਾ ਹੋਵੇ ਕਿ ਇਹਦਾ ਪ੍ਰੋਸੀਜਰ ਕੀ ਹੈ ਤਾਂ ਪ੍ਰੋਸੀਜਰ ਅਸੀਂ ਦੇਖ ਲੈਂਦੇ ਹਾਂ। ਪ੍ਰੋਸੀਜਰ ਦੇ ਵਿੱਚ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਹਰ ਇੱਕ ਕੈਂਡੀਡੇਟ ਨੂੰ ਇੱਕ ਬੈਲਟ ਪੇਪਰ ਦਿੱਤਾ ਜਾਂਦਾ ਹੈ। ਸੋ ਬੈਲਟ ਪੇਪਰ ਦਾ ਇੱਕ ਸੈਂਪਲ ਹੈ, ਜਿਵੇਂ ਕਿ ਕੈਂਡੀਡੇਟ ਦੇ ਨਾਮ ਹੋਣਗੇ, ਉਹਨਾਂ ਦੇ ਅੱਗੇ ਪ੍ਰੈਫਰੈਂਸ ਹੋਏਗੀ। ਸੋ ਹਰ ਇੱਕ ਜਿਹੜਾ ਕੈਂਡੀਡੇਟ ਆ ਜਿੰਨੇ ਵੋਟ ਪਾਉਣੀ ਆ ਉਹ ਹਰ ਇੱਕ ਕੈਂਡੀਡੇਟ ਨੂੰ ਪ੍ਰੈਫਰੈਂਸ ਦੇਏਗਾ 1 2 3 ਕਰਕੇ। ਸੋ ਜਿੰਨੇ ਵੀ ਕੈਂਡੀਡੇਟ ਹੋਣਗੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਸੋ ਇਸੇ ਕਰਕੇ ਪ੍ਰੈਫਰੈਂਸ ਦੇ ਕਰਕੇ ਇਹਨੂੰ ਕਿਹਾ ਜਾਂਦਾ ਹੈ ਕਿ ਸਿੰਗਲ ਟਰਾਂਸਫਰੇਬਲ ਵੋਟ ਆ। ਸੋ ਸਿੰਗਲ ਟਰਾਂਸਫਰੇਬਲ ਵੋਟ ਕਿਵੇਂ ਆ ਕਿ ਜੇਕਰ ਇੱਥੇ ਨਰਸਿੰਘ ਯਾਦਵ ਆ ਜਿਹਨੂੰ 3 ਨੰਬਰ ਦਿੱਤਾ ਆ, ਸੋ ਇਹ 3 ਨੰਬਰ ਜਿਹੜਾ ਆ ਇਹ ਬਿਲਕੁਲ ਹਾਰ ਰਿਹਾ ਹੋਵੇ ਤਾਂ ਇਹਦੀ ਜਿਹੜੀ ਵੋਟ ਆ ਉਹ ਟਰਾਂਸਫਰ ਹੋ ਕੇ 2 ਨੰਬਰ ਨੂੰ ਚਲੇ ਜਾਏਗੀ। ਸੋ ਇਹਦੀ ਜਿਹੜੀ ਵੋਟ ਆ 2 ਨੰਬਰ ਨੂੰ ਟਰਾਂਸਫਰ ਹੋ ਕੇ ਚਲੇ ਜਾਏਗੀ। ਇਸ ਕਰਕੇ ਇਹਨੂੰ ਸਿੰਗਲ ਟਰਾਂਸਫਰੇਬਲ ਵੋਟ ਕਿਹਾ ਜਾਂਦਾ ਹੈ। ਸੋ ਇਹ ਇੱਥੇ ਸੈਂਪਲ ਬੈਲਟ ਪੇਪਰ ਆ ਜਿੱਥੇ ਇੱਕ ਸੀਟ ਵਾਸਤੇ ਇਲੈਕਸ਼ਨ ਹੋ ਰਹੀ ਹੈ। ਸੋ ਇੱਕ ਸੀਟ ਵਾਸਤੇ 3 ਕੈਂਡੀਡੇਟ ਖੜੇ ਨੇ, 3 ਕੈਂਡੀਡੇਟ ਦੇ ਵਿੱਚੋਂ ਇੱਕ ਜਿਹੜਾ ਆ ਉਹ ਕੈਂਡੀਡੇਟ ਜਿੱਤਣਾ ਇੱਥੇ। ਸੋ ਇੱਥੇ ਜਿਹੜਾ ਫਾਰਮੂਲਾ ਅਸੀਂ ਲਾਇਆ ਹੈ ਕਿ ਜਦੋਂ 5 ਸੀਟਾਂ ਸੀ ਤਾਂ ਥੱਲੇ 5 + 1 ਸੀ, ਇੱਥੇ ਇੱਕ ਸੀਟ ਆ ਤਾਂ ਟੋਟਲ ਇਹਨਾਂ ਨੇ ਰੱਖਿਆ ਕਿ ਕਿਸੇ ਅਸੈਂਬਲੀ ਦੇ ਵਿੱਚ 65 ਸੀਟਾਂ ਨੇ। ਸੋ 65 ਜਿਹੜੇ ਐਮਐਲਏਸ ਨੇ ਉਹ ਵੋਟ ਕਰਨਗੇ ਇੱਕ ਸੀਟ ਵਾਸਤੇ 1 + 1 + 1। ਸੋ ਇੱਥੇ 33.5 ਨੇ, 33.5 ਜਿਹੜੀਆਂ ਨੇ ਵੋਟਾਂ ਚਾਹੀਦੀਆਂ ਨੇ। ਸੋ ਇਹਦਾ ਮਤਲਬ ਆ ਕਿ ਰਾਊਂਡ ਆਫ ਕਰਕੇ 33 ਜਾਂ 34 ਵੀ ਕਰ ਸਕਦੇ ਹਾਂ। ਸੋ 33 ਜਾਂ 34 ਜਿਹੜੀਆਂ ਨੇ ਉਹ ਫਸਟ ਪ੍ਰੈਫਰੈਂਸ ਚਾਹੀਦੀ ਹੈ। ਕਿਸੇ ਨੇ ਜੇਕਰ ਜਿੱਤਣਾ ਆ ਤਾਂ ਉਹਨੂੰ 1 ਜਿਹੜਾ ਨੰਬਰ ਆ, ਜਿਹੜਾ 1 ਨੰਬਰ ਆ ਉਹ 33 ਵਾਰੀ ਚਾਹੀਦਾ ਹੈ। ਸੋ 65 ਦੇ ਵਿੱਚੋਂ ਜੇਕਰ 33 ਕੈਂਡੀਡੇਟਸ ਜਿਹੜੇ ਨੇ ਉਹ ਮੁਹੰਮਦ ਇਕਬਾਲ ਨੂੰ 1 ਦੇ ਦੇਣਗੇ ਤਾਂ ਮੁਹੰਮਦ ਇਕਬਾਲ ਇੱਥੇ ਜਿੱਤ ਜਾਏਗਾ। ਹੁਣ ਇੱਥੇ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਪਹਿਲੀ ਰਾਊਂਡ ਹੋਵੇ ਕਾਊਂਟਿੰਗ ਦਾ ਉਹਦੇ ਵਿੱਚ ਤਿੰਨਾਂ ਦੇ ਵਿੱਚ ਕਿਸੇ ਨੂੰ ਵੀ 33 ਨਾ ਆਵੇ। ਹੋ ਸਕਦਾ ਹੈ ਕਿ 65 ਦੇ ਵਿੱਚੋਂ ਸਾਰਿਆਂ ਨੂੰ 20 ਜਾਂ 22 ਆ ਜਾਵੇ, 20 22 ਆ ਜਾਵੇ ਸਾਰਿਆਂ ਨੂੰ, ਤਾਂ ਕੋਈ ਵੀ ਜਿਹੜਾ ਵਿਨਿੰਗ ਨਹੀਂ ਹੋਏਗਾ। ਇਹਦੇ ਵਾਸਤੇ ਸੈਕਿੰਡ ਰਾਊਂਡ ਹੁੰਦਾ ਹੈ। ਫਿਰ ਸੈਕਿੰਡ ਰਾਊਂਡ ਦੇ ਵਿੱਚ ਜਿਹੜੀਆਂ ਸਭ ਤੋਂ ਘੱਟ ਵੋਟਸ ਹੁੰਦੀਆਂ ਨੇ ਉਹਨੂੰ ਲੂਜ਼ ਕਰ ਦਿੱਤਾ ਜਾਂਦਾ, ਉਹਨੂੰ ਜਿਹੜਾ ਹੈ ਉਹ ਹਾਰਿਆ ਹੋਇਆ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਤੇ ਉਹਦੀਆਂ ਵੋਟਸ ਜਿਹੜੀਆਂ ਨੇ
ਉਹ ਸੈਕੰਡ ਪ੍ਰੈਫਰੈਂਸ ਨੂੰ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਸੋ ਇਹਦੀ ਅਸੀਂ ਐਗਜ਼ਾਮਪਲ ਦੇਖ ਲੈਂਦੇ ਹਾਂ। ਫੋਰ ਐਗਜ਼ਾਮਪਲ ਕਿ 4 ਕੈਂਡੀਡੇਟ ਸੀ, 4 ਕੈਂਡੀਡੇਟਸ ਨੇ ਜਿਹੜਾ ਇੱਥੇ ਲੜਨਾ ਹੈ, ਇਹਨਾਂ ਨੂੰ ਜਿੱਤਣ ਵਾਸਤੇ ਚਾਹੀਦੀਆਂ ਨੇ ਇੱਥੇ 618 ਜਿਹੜੀਆਂ ਨੇ ਵੋਟਸ ਚਾਹੀਦੀਆਂ ਨੇ, 618 ਵੋਟਸ ਚਾਹੀਦੀਆਂ ਨੇ। ਬਟ ਪਹਿਲੇ ਰਾਊਂਡ ਦੇ ਵਿੱਚ ਕੀ ਹੋਇਆ ਕਿ ਚਾਰਾਂ ਨੂੰ 235, 300, 450 ਜਾਂ 250 ਜਿਹੜੀਆਂ ਨੇ ਉਹ ਵੋਟਸ ਮਿਲੀਆਂ ਨੇ। ਸੋ ਟੋਟਲ 1235 ਇੱਥੇ ਵੋਟ ਸੀ। ਸੋ ਇਹਦੇ ਵਿੱਚ ਕੋਈ ਵੀ ਜਿਹੜਾ ਆ ਉਹ ਜਿੱਤਿਆ ਨਹੀਂ। ਇੱਥੇ ਰਾਊਂਡ 1 ਜਿਹੜਾ ਉਹਦੀ ਕਾਊਂਟਿੰਗ ਹੋ ਗਈ ਆ। ਸੋ ਇਹਦੇ ਵਿੱਚ ਕੀ ਕਰਨਗੇ ਹੁਣ, 235 ਜਿਹੜਾ ਆ ਵੀਜ਼ਲੀ ਦੀਆਂ ਸਭ ਤੋਂ ਘੱਟ ਵੋਟਸ ਨੇ। ਸੋ ਇਹਨੂੰ ਕੀ ਕੀਤਾ ਜਾਏਗਾ, ਵੀਜ਼ਲੀ ਨੂੰ ਪ੍ਰੈਫਰੈਂਸ 1 ਦਿੱਤੀ ਹੈ 235 ਬੰਦਿਆਂ ਨੇ। ਸੋ ਇਹਨੂੰ ਵੀਜ਼ਲੀ ਨੂੰ ਕੀ ਕੀਤਾ ਜਾਏਗਾ, ਰਾਊਂਡ 1 ਦੇ ਵਿੱਚ ਇਹਨੂੰ ਡਿਕਲੇਅਰ ਕਰ ਦਿੱਤਾ ਜਾਏਗਾ ਕਿ ਇਹ ਹਾਰ ਗਿਆ, ਇੱਥੇ ਸਭ ਤੋਂ ਘੱਟ ਵੋਟ ਵਾਲਾ ਹੈ, ਇਹ ਹਾਰ ਗਿਆ। ਸੋ ਇਹਦੀਆਂ ਜਿਹੜੀਆਂ 235 ਵੋਟਸ ਨੇ ਇਹਨਾਂ ਨੂੰ ਡਿਵਾਈਡ ਕਰ ਦਿੱਤਾ ਜਾਊਗਾ ਤਿੰਨਾਂ ਦੇ ਵਿੱਚ। ਸੋ ਰਮੇਸ਼ ਨਾਇਡੂ, ਸਵਰਨਜਾਮ ਤੇ ਬਾਬੂ ਰਾਓ ਨੂੰ ਇਹਨਾਂ ਨੂੰ ਇਹਦੀਆਂ ਵੋਟਸ ਦੇ ਦਿੱਤੀਆਂ ਜਾਣਗੀਆਂ। ਉਹ ਕਿਵੇਂ ਦਿੱਤੀਆਂ ਜਾਣਗੀਆਂ, ਹੁਣ ਜਿਨ੍ਹਾਂ ਨੇ ਵੀਜ਼ਲੀ ਨੂੰ 1 ਦਿੱਤਾ ਆ ਉਹਨਾਂ ਨੇ ਰਮੇਸ਼ ਨਾਇਡੂ ਨੂੰ ਹੋ ਸਕਦਾ ਹੈ 2 ਦਿੱਤਾ ਹੋਵੇ, ਜਾਂ ਸਵਰਨਜਾਮ ਨੂੰ 2 ਦਿੱਤਾ ਹੋਵੇ, ਜਾਂ ਬਾਬੂ ਰਾਓ ਨੂੰ 2 ਦਿੱਤਾ ਹੋਵੇ। ਸੋ ਜਿਹਦੇ ਉੱਪਰ ਵੀ ਉਹਨਾਂ 235 ਜਣਿਆਂ ਨੇ 2 ਨੰਬਰ ਦਿੱਤਾ ਹੈ, ਸੈਕੰਡ ਪ੍ਰੈਫਰੈਂਸ ਦਿੱਤੀ ਆ, ਉਹਨਾਂ ਨੂੰ ਉਹਦੀਆਂ ਵੋਟਸ ਜਿਹੜੀਆਂ ਨੇ ਉਹ ਚਲੇ ਜਾਣਗੀਆਂ। ਸੋ ਹੁਣ ਇਹਦੇ ਵਿੱਚ ਕੀ ਹੋਏਗਾ, ਜਿਹੜੀਆਂ ਵੀਜ਼ਲੀ ਦੀਆਂ ਸਾਰੀਆਂ ਵੋਟਸ ਕੈਂਸਲ ਕਰਕੇ ਕੀ ਕੀਤਾ ਇਹਨਾਂ ਨੇ, ਰਮੇਸ਼ ਨਾਇਡੂ ਨੂੰ ਇਹਦੀਆਂ 30 ਵੋਟਸ ਨਿਕਲੀਆਂ ਨੇ ਸੈਕੰਡ ਪ੍ਰੈਫਰੈਂਸ ਦੇ ਵਿੱਚ, ਸਵਰਨਜਾਮ ਦੀਆਂ 170 ਨਿਕਲੀਆਂ ਨੇ ਤੇ ਬਾਬੂ ਰਾਓ ਦੀਆਂ 35 ਨਿਕਲੀਆਂ ਨੇ। ਸੋ ਹੁਣ ਇਹਨਾਂ ਦਾ ਜੇਕਰ ਟੋਟਲ ਕੀਤਾ ਜਾਵੇ ਤਾਂ 30 + 35 + 170 ਇਹ ਟੋਟਲ 235 ਵੋਟਸ ਟ੍ਰਾਂਸਫਰ ਹੋਈਆਂ ਨੇ ਵੀਜ਼ਲੀ ਦੀਆਂ। ਸੋ ਇਹਨਾਂ ਨੂੰ ਜੇਕਰ ਟੋਟਲ ਕੀਤਾ ਜਾਵੇ ਤਾਂ ਇੱਕ ਦੀਆਂ 330 ਬਣਦੀਆਂ ਨੇ, ਦੂਜੇ ਦੀਆਂ 620 ਬਣਦੀਆਂ ਨੇ, ਤੀਜੇ ਦੀਆਂ 285 ਬਣਦੀਆਂ ਨੇ। ਸੋ ਸਾਨੂੰ ਇੱਥੇ ਜਿੱਤਣ ਵਾਸਤੇ ਕਿੰਨੀਆਂ ਚਾਹੀਦੀਆਂ ਸੀ, 618। ਸੋ ਇੱਕ ਕੈਂਡੀਡੇਟ ਜਿਹੜਾ ਹੈ ਸਵਰਨਜਾਮ, ਉਹਦੀਆਂ 620 ਹੋ ਗਈਆਂ ਨੇ। ਇਹਦਾ ਮਤਲਬ ਉਹਦੀ ਪ੍ਰੈਫਰੈਂਸ ਜਿਹੜੀ ਆ ਉਹ ਵੱਧ ਕੇ 618 ਚਾਹੀਦੀਆਂ ਸੀ, ਉਹਨੇ 620 ਕ੍ਰਾਸ ਕਰ ਲਿਆ। ਸੋ ਇਹਦਾ ਮਤਲਬ ਸਵਰਨਜਾਮ ਇੱਥੇ ਆ ਉਹ ਜਿੱਤ ਚੁੱਕਾ ਆ। ਸੋ ਇਹ ਹਾਰਨ ਵਾਲੇ ਕੈਂਡੀਡੇਟਸ ਜਿਹੜੇ ਨੇ ਉਹ ਕੱਟੇ ਜਾਣਗੇ ਤੇ ਜਿਹੜਾ ਇੱਕ ਆ ਉਹ ਜਿੱਤ ਜੇਗਾ। ਸੋ ਇਹਨੂੰ ਕਹਿੰਦੇ ਆ ਸਿੰਗਲ ਟ੍ਰਾਂਸਫਰੇਬਲ ਵੋਟ, ਕਿ ਇੱਕ ਵੋਟ ਜਿਹੜੀ ਆ ਉਹ ਸਿੰਗਲ ਹੀ ਤੁਸੀਂ ਕਾਸਟ ਕੀਤੀ ਆ, ਉਹਦੇ ਵਿੱਚ ਪ੍ਰੈਫਰੈਂਸ ਦਿੱਤੀਆਂ ਨੇ, ਉਹ ਟ੍ਰਾਂਸਫਰ ਹੋ ਜਾਏਗੀ। ਜੇਕਰ ਤੁਹਾਡਾ ਪਹਿਲਾ ਕੈਂਡੀਡੇਟ ਨਹੀਂ ਜਿੱਤੇਗਾ ਤਾਂ ਉਹ ਦੂਜੇ ਕੈਂਡੀਡੇਟ ਨੂੰ ਟ੍ਰਾਂਸਫਰ ਹੋ ਜਾਏਗੀ। ਸੋ ਇਸੇ ਤਰ੍ਹਾਂ ਹੀ ਹੁੰਦਾ ਆ, ਜੇਕਰ ਮਲਟੀਪਲ ਨੰਬਰ ਆਫ ਕੈਂਡੀਡੇਟਸ ਹੋਣ ਇੱਥੇ ਤਾਂ ਇਹਦੇ ਵਿੱਚੋਂ ਹੋ ਸਕਦਾ ਹੈ 4 ਦੇ ਵਿੱਚੋਂ 1 ਜਿੱਤਿਆ ਆ, ਹੋ ਸਕਦਾ ਹੈ ਕਿ 10 ਕੈਂਡੀਡੇਟ ਖੜੇ ਹੋਣ ਤੇ ਉਹਨਾਂ ਦੇ ਵਿੱਚੋਂ 3 ਵੀ ਜਿੱਤ ਸਕਦੇ ਨੇ। ਸੋ ਇਹ ਜਿਹੜੇ ਹਾਰ ਜਾਂਦੇ ਨੇ ਰਾਊਂਡਸ ਦੇ ਵਿੱਚ ਉਹਨਾਂ ਨੂੰ ਕੈਂਸਲ ਕਰੀ ਜਾਂਦੇ ਨੇ ਤੇ ਉਹਨਾਂ ਦੀਆਂ ਵੋਟਸ ਜਿਹੜੀਆਂ ਨੇ ਉਹ ਸੈਕੰਡ ਪ੍ਰੈਫਰੈਂਸ ਨੂੰ ਟ੍ਰਾਂਸਫਰ ਕਰ ਦਿੰਦੇ ਨੇ। ਜੇਕਰ ਸੈਕੰਡ ਪ੍ਰੈਫਰੈਂਸ ਵੀ ਉਹਨਾਂ ਦੀ ਹਾਰ ਜਾਵੇ ਤਾਂ ਉਹ ਥਰਡ ਪ੍ਰੈਫਰੈਂਸ ਨੂੰ ਜਿਹੜੀ ਆ ਉਹ ਟ੍ਰਾਂਸਫਰ ਕੀਤੀ ਜਾਂਦੀ ਹੈ ਵੋਟ। ਸੋ ਇਸੇ ਤਰ੍ਹਾਂ ਹੀ ਟ੍ਰਾਂਸਫਰ ਕਰਕੇ ਵੋਟਾਂ, ਸੋ ਇੱਕ ਬੰਦਾ ਜਾਂ ਜਿੰਨੇ ਵੀ ਸੀਟਾਂ ਜਿਹੜੀਆਂ ਨੇ ਉਹ ਇਲੈਕਟ ਹੋਣੀਆਂ ਨੇ ਉਹਨਾਂ ਨੂੰ ਇਲੈਕਟ ਕੀਤਾ ਜਾਂਦਾ ਹੈ। ਸੋ ਇੱਥੇ ਜਿਹੜੀ ਅਸੀਂ ਕੈਲਕੂਲੇਸ਼ਨ ਕੀਤੀ ਹੈ ਸਿਰਫ ਇੱਕ ਸਟੇਟ ਵਾਸਤੇ ਕੀਤੀ ਹੈ। ਜੇਕਰ ਮਲਟੀਪਲ ਸਟੇਟ ਦੀ ਕਰਨੀ ਹੋਵੇ ਤਾਂ ਇਹਦੇ ਵਿੱਚ ਵੈਲਿਊ ਆਫ ਵੋਟ ਵੀ ਹੁੰਦੀ ਆ। ਹਰੇਕ MLA ਦੀ ਇੱਕ ਵੈਲਿਊ ਹੁੰਦੀ ਆ ਕਿ ਉਹ ਕਿਹੜੀ ਸਟੇਟ ਤੋਂ ਆਉਂਦਾ ਹੈ, ਉਹ ਸਟੇਟ ਦੇ ਵਿੱਚ ਉਹਦੀ ਵੋਟ ਦੀ ਵੈਲਿਊ ਕੀ ਹੋਏਗੀ। ਸੋ ਵੋਟ ਦੀ ਵੈਲਿਊ ਵਾਸਤੇ ਸਾਡੇ ਕੋਲ ਇੱਕ ਫਾਰਮੂਲਾ ਆ ਕਿ ਜਿਹਦੇ ਵਿੱਚ ਟੋਟਲ ਪੋਪੂਲੇਸ਼ਨ ਜਿਹੜੀ ਆ ਉਹ ਡਿਫਾਈਨ ਕੀਤੀ ਜਾਂਦੀ ਹੈ। ਸੋ ਵੈਲਿਊ ਜਿਹੜੀ ਆ ਉਹ ਪੋਪੂਲੇਸ਼ਨ ਨੂੰ ਡਿਫਾਈਨ ਕਰਦੀ ਹੈ ਕਿ ਕਿੰਨੇ % ਪੋਪੂਲੇਸ਼ਨ ਜਿਹੜੀ ਆ ਉਹ ਇੱਕ MLA ਦੀ ਜਿਹੜੀ ਆ ਰਿਪਰੈਜ਼ੈਂਟੇਸ਼ਨ ਹੈ। ਸੋ ਰਿਪਰੈਜ਼ੈਂਟੇਸ਼ਨ ਕਰਕੇ ਵੈਲਿਊ ਆਫ ਵੋਟ ਰੱਖੀ ਗਈ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੈਲਿਊ ਆਫ ਵੋਟ ਹੈਗੀ ਆ 116, 116 ਜਿਹੜੀ ਆ ਉਹ ਵੋਟ ਦੀ ਵੈਲਿਊ ਆ। ਲੋਕ ਸਭਾ ਦੇ ਵਿੱਚ ਕੀ ਹੁੰਦਾ ਹੈ ਕਿ ਜਿੰਨੇ ਨੰਬਰ ਆਫ ਪੋਪੂਲੇਸ਼ਨ ਵਧੀ ਜਾਂਦੀ ਆ ਉਹਦੇ ਹਿਸਾਬ ਦੇ ਨਾਲ ਸੀਟਾਂ ਵੀ ਵੱਧ ਸਕਦੀਆਂ ਨੇ, ਬਟ ਰਾਜ ਸਭਾ ਦੇ ਵਿੱਚ ਇਦਾਂ ਨਹੀਂ ਹੁੰਦਾ। ਇੱਥੇ ਵੈਲਿਊ ਆਫ ਵੋਟ ਵੱਧ ਜਾਂਦੀ ਹੈ ਜਦੋਂ ਪੋਪੂਲੇਸ਼ਨ ਵੱਧਦੀ ਹੈ। ਇਸੇ ਤਰ੍ਹਾਂ ਹੀ ਲੋਕ ਸਭਾ ਦੇ ਵਿੱਚ ਵੀ ਕੀ ਹੁੰਦਾ ਹੈ ਕਿ ਜਦੋਂ ਵੀ ਪੋਪੂਲੇਸ਼ਨ ਵੱਧਦੀ ਆ ਤਾਂ ਨੰਬਰ ਆਫ MPs ਵੱਧ ਜਾਂਦੇ ਨੇ, ਬਟ ਰਾਜ ਸਭਾ ਦੇ ਵਿੱਚ 250 ਹੀ ਰਹਿਣਗੇ। ਸੋ ਲੋਕ ਸਭਾ ਦੇ ਵਿੱਚ ਇਹ ਜਿਹੜੇ ਮੈਂਬਰ ਆਫ ਪਾਰਲੀਮੈਂਟਸ ਨੇ ਇਹ ਵੱਧ ਸਕਦੇ ਨੇ। ਇਸੇ ਕਰਕੇ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਹੈ ਜਿਹਦੇ ਵਿੱਚ 20,000 ਕਰੋੜ ਦਾ ਜਿਹੜਾ ਖਰਚਾ ਹੋ ਰਿਹਾ ਹੈ ਉਹ ਇਸੇ ਕਰਕੇ ਹੋ ਰਹੀ ਹੈ ਕਿਉਂਕਿ ਨੈਕਸਟ ਵਾਰੀ 2026 ਦੇ ਵਿੱਚ ਜਿਹੜਾ ਸੈਂਸਸ ਹੋਏਗਾ ਸੋ ਉਹਦੇ ਹਿਸਾਬ ਦੇ ਨਾਲ MPs ਜਿਹੜੇ ਹੋਣਗੇ, ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਕਰੀਬਨ 800 ਦੇ ਕਰੀਬ ਹੋਣ ਜਾ ਰਹੀਆਂ ਨੇ। ਸੋ ਇਸੇ ਕਰਕੇ ਨਵੀਂ ਬਿਲਡਿੰਗ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਕਿਉਂਕਿ ਪੁਰਾਣੀ ਜਿਹੜੀ ਪਾਰਲੀਮੈਂਟ ਦੀ ਬਿਲਡਿੰਗ ਹੈ ਉਹਦੇ ਵਿੱਚ ਲੋਕ ਸਭਾ ਦੇ ਵਿੱਚ ਬਹਿਣ ਵਾਸਤੇ ਇੰਨੀਆਂ ਸੀਟਾਂ ਨਹੀਂ ਹੈ। ਸੋ ਵੱਧ ਸੀਟਾਂ ਕਰਕੇ ਇਹਨੂੰ ਨਵੀਂ ਬਿਲਡਿੰਗ ਬਣਾਈ ਜਾ ਰਹੀ ਹੈ। ਬਟ ਇਹ ਰਾਜ ਸਭਾ ਦੇ ਵਿੱਚ ਜਿਹੜੀਆਂ ਨੇ ਇਹ ਸੇਮ ਰਹਿੰਦੀਆਂ ਨੇ, ਸਿਰਫ ਇਹਨਾਂ ਦੀ ਵੈਲਿਊ ਆਫ ਵੋਟ ਜਿਹੜੀ ਉਹ ਵੱਧ ਜਾਂਦੀ ਹੈ। ਜੇਕਰ ਅਸੀਂ ਇੱਥੇ ਉੱਤਰ ਪ੍ਰਦੇਸ਼ ਦੇਖੀਏ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਇਹ ਵੈਲਿਊ 208 ਹੈ ਕਿਉਂਕਿ ਇੱਥੇ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਜ਼ਿਆਦਾ ਹੈ। ਸੋ ਜਿੰਨੀ ਪੋਪੂਲੇਸ਼ਨ ਜ਼ਿਆਦਾ ਹੋਏਗੀ ਉਨੀ ਵੈਲਿਊ ਜਿਹੜੀ ਉਹ ਵੱਧ ਹੋਏਗੀ। ਸੋ ਇਸੇ ਤਰ੍ਹਾਂ ਜੇਕਰ ਮਿਜ਼ੋਰਮ ਦੇਖੀਏ ਤਾਂ 8 ਹੈ ਵੈਲਿਊ, ਜੇਕਰ ਅਸੀਂ ਸਿੱਕਮ ਦੇਖੀਏ ਤਾਂ 7 ਹੈ ਵੈਲਿਊ ਕਿਉਂਕਿ ਇਹਨਾਂ ਦੀ ਪੋਪੂਲੇਸ਼ਨ ਘੱਟ ਹੈ। ਸੋ ਜਿੰਨੀ ਪੋਪੂਲੇਸ਼ਨ ਘੱਟ ਹੈ ਵੈਲਿਊ ਆਫ ਵੋਟ ਉਨੀ ਘੱਟ ਹੋਏਗੀ, ਜਿੰਨੀ ਪੋਪੂਲੇਸ਼ਨ ਜ਼ਿਆਦਾ ਹੈ ਵੈਲਿਊ ਆਫ ਵੋਟ ਉਨੀ ਜ਼ਿਆਦਾ ਹੋਏਗੀ।
ਸੋ ਇਹ ਜਿਹੜਾ ਆ ਉਹ ਵੈਲਿਊ ਆਫ ਵੋਟ ਵੀ ਕਾਸਟ ਕੀਤੀ ਜਾਂਦੀ ਹੈ ਜਦੋਂ ਇਹਨਾਂ ਦੀ ਫਾਈਨਲ ਕਾਊਂਟਿੰਗ ਹੁੰਦੀ ਹੈ, ਉਹਦੇ ਵਿੱਚ ਵੈਲਿਊ ਆਫ ਵੋਟ ਵੀ ਦੇਖੀ ਜਾਂਦੀ ਹੈ। ਸੋ ਇਹ ਪ੍ਰੋਸੀਜਰ ਹੈ ਰਾਜ ਸਭਾ ਦੇ ਵਿੱਚ ਇਲੈਕਸ਼ਨ ਦਾ। ਸੋ ਜੇਕਰ ਕੋਈ ਅਜੇ ਵੀ ਕਿਸੇ ਨੂੰ ਡਾਊਟ ਹੋਵੇ ਤਾਂ ਕਮੈਂਟ ਕਰਕੇ ਉਹਨੂੰ ਪੁੱਛ ਸਕਦਾ ਹੈ, ਅਸੀਂ ਡਿਸਕਸ਼ਨ ਕਰਾਂਗੇ। ਸੋ ਡਿਸਕਸ਼ਨ ਕਰਕੇ ਕੋਈ ਹੋਰ ਵੀ ਤੁਹਾਨੂੰ ਟੌਪਿਕ ਲੱਗਦਾ ਹੈ ਕਿ ਜਿਹਦੇ ਉੱਪਰ ਸਾਨੂੰ ਜਿਹੜਾ ਆ ਡਿਟੇਲ ਦੇ ਵਿੱਚ ਸਟੱਡੀ ਕਰਨੀ ਚਾਹੀਦੀ ਹੈ ਤਾਂ ਸਾਨੂੰ ਦੱਸੋ, ਕਿਉਂਕਿ ਇਹ ਰੀਸੈਂਟ ਟੌਪਿਕ ਸੀ ਤਾਂ ਆਉਣ ਵਾਲੇ ਜਿਹੜੇ ਪੇਪਰ ਨੇ ਉਹਨਾਂ ਦੇ ਵਿੱਚ ਜ਼ਰੂਰ ਆ ਸਕਦਾ ਹੈ ਕਿ ਰਾਜ ਸਭਾ ਦੇ ਵਿੱਚ ਇਲੈਕਸ਼ਨ ਹੋਈ ਆ ਉਹਦੇ ਰਿਲੇਟਡ ਕੋਈ ਨਾ ਕੋਈ ਕੁਐਸਚਨ ਜਿਹੜਾ ਉਹ ਆ ਸਕਦਾ ਹੈ ਕਿ ਉਹਦਾ ਇਲੈਕਟੋਰਲ ਕਾਲਜ ਕੀ ਹੋਏਗਾ, ਕੌਣ ਉਹਨੂੰ ਵੋਟ ਕਰ ਸਕਦੇ ਨੇ, ਇਨਡਾਇਰੈਕਟ ਵੋਟਿੰਗ ਹੁੰਦੀ ਆ। ਸੈਕੰਡ, ਉਹਦੇ ਵਿੱਚ ਟਰਾਂਸਫਰੇਬਲ ਜਿਹੜੀਆਂ ਵੋਟਸ ਨੇ ਉਹ ਕਿਵੇਂ ਟਰਾਂਸਫਰ ਹੁੰਦੀਆਂ ਨੇ। ਸੋ ਇਦਾਂ ਦਾ ਕੋਈ ਨਾ ਕੋਈ ਕੁਐਸਚਨ ਜਿਹੜਾ ਆ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ, ਕਿਉਂਕਿ ਰੀਸੈਂਟਲੀ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟਸ ਨੇ ਉਹ ਚੁਣੇ ਗਏ ਨੇ। ਸੋ ਹੋਪ ਇਹ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਹੈ, ਵੈਲਿਊਏਬਲ ਲੱਗੀ ਹੈ। ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਵੈਰੀ ਮਚ।